ਤੁਸੀਂ ਦੇਖ ਰਹੇ ਹੋ ਪੰਜਾਬ ਕੇ ਟੀਵੀ। ਮੈਂ ਮਨਦੀਪ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। श्रीलंका के राष्ट्रपति गोटबाया राजपक्षे श्रीलंका ਨੂੰ ਛੱਡ ਕੇ ਜਾ ਚੁੱਕੇ ਨੇ। ਉਹ ਆਪਣੇ ਪਰਿਵਾਰ ਸਮੇਤ श्रीलंका ਨੂੰ ਛੱਡ ਕੇ ਭੱਜ ਗਏ ਨੇ ਅਤੇ श्रीलंका ਨੂੰ ਛੱਡਣ ਦੇ ਵਿੱਚ ਉਹਨਾਂ ਦੀ ਮਦਦ ਮਾਲਦੀਵ ਦੇ ਰਾਸ਼ਟਰਪਤੀ ਦੇ ਵੱਲੋਂ ਕੀਤੀ ਗਈ ਹੈ। ਪਰ ਹੁਣ ਉਹਨਾਂ ਨੇ ਆਪਣਾ ਅਸਤੀਫਾ ਭੇਜਿਆ ਅਤੇ ਉਹਨਾਂ ਦੇ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਅਤੇ ਜਦੋਂ ਤੱਕ ਸੰਵਿਧਾਨਿਕ ਢੰਗ ਦੇ ਨਾਲ ਨਵੇਂ ਰਾਸ਼ਟਰਪਤੀ ਦੀ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਰਣੀਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ। ਤਾਂ ਹੁਣ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਆਖਿਰ ਸ਼੍ਰੀਲੰਕਾ ਦੇ ਵਿੱਚ ਹੋ ਕੀ ਕੁਝ ਰਿਹਾ ਹੈ। ਸ਼੍ਰੀਲੰਕਾ ਪਿਛਲੇ ਸਮੇਂ ਤੋਂ ਆਰਥਿਕਤਾ ਦੀ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਮੰਦੀ ਆਰਥਿਕਤਾ ਦੇ ਕਾਰਨ ਸ਼੍ਰੀਲੰਕਾ ਦੇ ਵਿੱਚ ਬੜਾ ਕੁਝ ਦੇਖਣ ਨੂੰ ਮਿਲਿਆ, ਪਰ ਹੁਣ ਸ਼੍ਰੀਲੰਕਾ ਦੇ ਵਿੱਚ 13 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਨੇ ਅਤੇ ਖਾਣ ਪੀਣ ਦੀਆਂ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹ ਮਹਿੰਗੀਆਂ ਹੋ ਗਈਆਂ ਨੇ। ਦਵਾਈਆਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਨੇ। ਮਹਿੰਗਾਈ ਹੈ ਜਿਹੜੀ ਉਹ ਸਿਰ ਚੜ੍ਹ ਕੇ ਬੋਲ ਚੁੱਕੀ ਹੈ ਅਤੇ ਸ਼੍ਰੀਲੰਕਾ ਕੰਗਾਲੀਆ ਹੋਣ ਦੀ ਕਗਾਰ ਉੱਤੇ ਆ ਚੁੱਕਿਆ। ਸ਼੍ਰੀਲੰਕਾ ਦਿਵਾਲੀਆ ਹੋਣ ਦੇ ਕਗਾਰ ਉੱਤੇ ਪਹੁੰਚ ਚੁੱਕਿਆ। ਪਰ ਹੁਣ ਸ਼੍ਰੀਲੰਕਾ ਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੇ ਲਈ ਵੱਡੇ ਪ੍ਰਦਰਸ਼ਨ ਹੋਏ, ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਕਿ ਕਿਵੇਂ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਦਰਸ਼ਨਕਾਰੀ ਪਹੁੰਚੇ ਅਤੇ ਰਾਸ਼ਟਰਪਤੀ ਭਵਨ ਦੇ ਵਿੱਚ ਉਹਨਾਂ ਨੇ ਕਬਜ਼ਾ ਕੀਤਾ। ਉਹ ਰਾਸ਼ਟਰਪਤੀ ਭਵਨ ਦੇ ਵਿੱਚ ਕਈ ਤਸਵੀਰਾਂ ਉਹਨਾਂ ਦੀਆਂ ਜਦੋਂ ਸਾਹਮਣੇ ਆਉਂਦੀਆਂ ਰਹੀਆਂ। ਪਰ ਹੁਣ ਸ਼੍ਰੀਲੰਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਦੀ ਜਿਹੜੀ ਚੋਣ ਹੋਣੀ ਹੈ ਅਤੇ ਉਦੋਂ ਤੱਕ ਰਣੀਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਨਿਯੁਕਤ ਕੀਤਾ ਗਿਆ। ਪਰ ਇਹ ਸਭ ਸ਼੍ਰੀਲੰਕਾ ਦੇ ਵਿੱਚ ਹੋਇਆ ਕਿਵੇਂ, ਆਓ ਜਾਣਦੇ ਹਾਂ। ਸ਼੍ਰੀਲੰਕਾ ਦੇ ਵਿੱਚ ਆਰਥਿਕ ਮੰਦਹਾਲੀ ਦਾ ਦੌਰ 2019 ਤੋਂ ਸ਼ੁਰੂ ਹੋਇਆ। 2019 ਦੇ ਵਿੱਚ ਕੋਲੰਬੋ ਦੇ ਵਿੱਚ 3 ਲਗਜ਼ਰੀ ਹੋਟਲਾਂ ਦੇ ਉੱਤੇ ਹਮਲਾ ਹੁੰਦਾ ਹੈ ਅਤੇ ਇਹ ਹਮਲਾ ਇਸਲਾਮਿਕ ਕੱਟੜਪੰਥੀ ਸਮੂਹਾਂ ਦੇ ਵੱਲੋਂ ਕੀਤਾ ਜਾਂਦਾ ਹੈ। ਇਹਨਾਂ ਹਮਲਿਆਂ ਦੇ ਵਿੱਚ 259 ਲੋਕ ਮਾਰੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ 45 ਵਿਦੇਸ਼ੀ ਹੁੰਦੇ ਨੇ ਅਤੇ 500 ਤੋਂ ਵਧੇਰੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ। ਤਾਂ ਇਹਨਾਂ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਸੈਲਾਨੀਆਂ ਦਾ ਆਉਣ ਉੱਤੇ ਕਾਫੀ ਵੱਡਾ ਅਸਰ ਪਿਆ ਅਤੇ ਇਹਨਾਂ ਹਮਲਿਆਂ ਨੇ ਸ਼੍ਰੀਲੰਕਾ ਦੀ ਆਰਥਿਕਤਾ ਉੱਤੇ ਇੱਕ ਵੱਡੀ ਸੱਟ ਮਾਰੀ। ਉਸ ਤੋਂ ਬਾਅਦ ਜਦੋਂ ਕੋਵਿਡ-19 ਨੇ ਦਸਤਕ ਦਿੱਤੀ ਤਾਂ 2020 ਦੇ ਵਿੱਚ ਇਸ ਦੇਸ਼ ਦੇ ਵਿੱਚ ਪਹਿਲਾ ਕੋਵਿਡ-19 ਦਾ ਕੇਸ ਦੇਖਣ ਨੂੰ ਮਿਲਿਆ ਅਤੇ ਇਸ ਦੇਸ਼ ਦੇ ਵਿੱਚ 40 ਲੱਖ ਤੋਂ ਵਧੇਰੇ ਕੋਵਿਡ ਦੇ ਕੇਸ ਦੇਖਣ ਨੂੰ ਮਿਲੇ ਅਤੇ 10,000 ਤੋਂ ਵਧੇਰੇ ਮੌਤਾਂ ਕੋਵਿਡ-19 ਕਰਕੇ ਹੋਈਆਂ। ਅਤੇ ਕੋਵਿਡ-19 ਕਰਕੇ ਜਦੋਂ ਅੰਤਰਰਾਸ਼ਟਰੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ, ਜਦੋਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਸ਼੍ਰੀਲੰਕਾ ਜੋ ਕਿ ਸੈਲਾਨੀਆਂ ਦੇ ਲਈ ਹਮੇਸ਼ਾ ਤੋਂ ਇੱਕ ਖਿੱਚ ਦਾ ਕੇਂਦਰ ਰਿਹਾ ਅਤੇ ਸ਼੍ਰੀਲੰਕਾ ਦੀ ਇੱਕ ਆਰਥਿਕਤਾ ਦਾ ਵੱਡਾ ਹਿੱਸਾ ਸੈਰ ਸਪਾਟੇ ਤੋਂ ਆਉਂਦਾ ਆ, ਤਾਂ ਉਹ ਸੈਰ ਸਪਾਟੇ ਤੋਂ ਆਉਣ ਵਾਲੀ ਆਮਦਨ ਬੰਦ ਹੋ ਗਈ, ਜਿਸ ਕਰਕੇ ਸ਼੍ਰੀਲੰਕਾ ਨੂੰ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਦੀ ਇੱਕ ਆਮਦਨ ਦਾ ਹਿੱਸਾ ਬੰਦ ਹੋ ਜਾਣ ਕਾਰਨ ਸ਼੍ਰੀਲੰਕਾ ਡੂੰਘੇ ਆਰਥਿਕ ਸੰਕਟ ਦੇ ਵੱਲ ਵਧਦਾ ਗਿਆ। ਉਸ ਤੋਂ ਬਾਅਦ ਸ਼੍ਰੀਲੰਕਾ ਨੂੰ ਡੂੰਘੇ ਆਰਥਿਕ ਸੰਕਟ ਚੋਂ ਕੱਢਣ ਦੇ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਵੱਲੋਂ ਲਗਾਤਾਰ ਵੱਡੀ ਮਾਤਰਾ ਦੇ ਵਿੱਚ ਸ਼੍ਰੀਲੰਕਨ ਕਰੰਸੀ ਦੀ ਛਪਾਈ ਕੀਤੀ ਗਈ। ਅਕਸਰ ਜਦੋਂ ਵੱਡੀ ਗਿਣਤੀ ਦੇ ਵਿੱਚ ਕਰੰਸੀ ਦੀ ਛਪਾਈ ਹੁੰਦੀ ਹੈ ਤਾਂ ਦੇਸ਼ ਦੇ ਵਿੱਚ ਮਹਿੰਗਾਈ ਵੱਧ ਜਾਂਦੀ ਹੈ ਤੇ ਸ਼੍ਰੀਲੰਕਾ ਦੇ ਵਿੱਚ ਵੀ ਇਹੋ ਕੁਝ ਹੋਇਆ। ਸ਼੍ਰੀਲੰਕਾ ਨੇ 2022 ਦੇ ਪਹਿਲੇ 3 ਮਹੀਨਿਆਂ ਦੇ ਵਿੱਚ 588 ਅਰਬ ਸ਼੍ਰੀਲੰਕਨ ਕਰੰਸੀ ਛਾਪੀ ਅਤੇ ਉਸ ਤੋਂ ਪਹਿਲਾਂ ਸ਼੍ਰੀਲੰਕਾ ਨੇ 2020 ਦੇ ਵਿੱਚ 1,20,000 ਕਰੋੜ ਦੀ ਜਿਹੜੀ ਕਰੰਸੀ ਹੈ ਉਹ ਸ਼੍ਰੀਲੰਕਾ ਨੇ ਛਾਪੀ ਹੈ। ਤਾਂ ਇੰਨੀ ਜ਼ਿਆਦਾ ਕਰੰਸੀ ਦੀ ਛਪਾਈ ਕਾਰਨ ਸ਼੍ਰੀਲੰਕਾ ਦੇ ਵਿੱਚ ਆਰਥਿਕ ਸੰਕਟ ਹੋਰ ਵੀ ਗਹਿਰਾ ਹੁੰਦਾ ਗਿਆ। ਪਰ ਇਹ ਸਭ ਕੀਤਾ ਕਿਉਂ ਗਿਆ? ਇਹ ਸਭ ਇਸ ਕਰਕੇ ਕੀਤਾ ਗਿਆ ਕਿਉਂਕਿ ਸ਼੍ਰੀਲੰਕਾ ਦੇ ਵਿੱਚ ਪੈਸੇ ਦੀ ਕਮੀ ਹੋਣ ਕਾਰਨ, ਆਰਥਿਕਤਾ ਦੇ ਵਿੱਚ ਵੱਡੀ ਕਮੀ ਆਉਣ ਕਰਕੇ ਜਿਹੜੀਆਂ ਤਨਖਾਹਾਂ ਦੇਣੀਆਂ ਸੀ ਕਰਮਚਾਰੀਆਂ ਨੂੰ, ਉਹਨਾਂ ਨੂੰ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਲਗਾਤਾਰ ਜਿਹੜੀ ਪੈਸੇ ਦੀ ਛਪਾਈ ਹੈ ਉਹ ਕੀਤੀ ਜਾਂਦੀ ਰਹੀ ਹੈ। ਸ਼੍ਰੀਲੰਕਾ ਦੇ ਵਿੱਚ 24 ਘੰਟੇ ਪੈਸੇ ਦੀ ਛਪਾਈ ਕੀਤੀ ਜਾਂਦੀ ਰਹੀ, ਜਿਸ ਕਰਕੇ ਸ਼੍ਰੀਲੰਕਾ ਦੇ ਵਿੱਚ ਜੋ ਪੈਸਾ ਹੈ ਉਸ ਦਾ ਰੇਟ ਕਾਫੀ ਗਿਰ ਗਿਆ ਅਤੇ ਜੋ ਜ਼ਰੂਰੀ ਵਸਤੂਆਂ ਨੇ ਉਹਨਾਂ ਦੀ ਜਿਹੜੀ ਕੀਮਤਾਂ ਨੇ ਉਹ ਅਸਮਾਨੀ ਪਹੁੰਚਣ ਲੱਗੀਆਂ। ਜਦੋਂ ਪੈਸੇ ਦੀ ਛਪਾਈ, ਰੁਪਈਏ ਦੀ ਛਪਾਈ ਜਦੋਂ ਵਧੇਰੇ ਕੀਤੀ ਜਾਂਦੀ ਹੈ ਤਾਂ ਉਦੋਂ ਰੁਪਈਏ ਦਾ ਰੇਟ ਗਿਰਨ ਲੱਗ ਜਾਂਦਾ ਹੈ ਅਤੇ ਜੋ ਜ਼ਰੂਰੀ ਵਸਤੂਆਂ ਨੇ ਉਹਨਾਂ ਦਾ ਉਤਪਾਦਨ ਜੇਕਰ ਉੱਥੇ ਹੀ ਖੜਾ ਰਹੇ ਤਾਂ ਉਹਨਾਂ ਦੇ ਕੀਮਤਾਂ ਦੇ ਵਿੱਚ ਭਾਰੀ ਉਥਾਨ ਦੇਖਣ ਨੂੰ ਮਿਲਦਾ ਅਤੇ ਸ਼੍ਰੀਲੰਕਾ ਦੇ ਵਿੱਚ ਵੀ ਇਹੋ ਕੁਝ ਹੋਇਆ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਆਰਥਿਕਤਾ ਨੂੰ ਡੋਬਣ ਵਾਲਾ ਇੱਕ ਵੱਡਾ ਫੈਸਲਾ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਵੱਲੋਂ ਲਿਆ ਗਿਆ। ਸ਼੍ਰੀਲੰਕਾ ਦੀ ਸੰਸਦ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਸ ਦੇ ਤਹਿਤ ਸ਼੍ਰੀਲੰਕਾ ਦੇ ਵਿੱਚ ਰਸਾਇਣਿਕ ਅਤੇ ਜੈਵਿਕ ਖਾਦ ਪਦਾਰਥਾਂ ਨੂੰ ਪੂਰਨ ਤੌਰ ਦੇ ਉੱਤੇ ਬੈਨ ਕਰ ਦਿੱਤਾ ਗਿਆ ਅਤੇ ਸ਼੍ਰੀਲੰਕਾ ਨੂੰ ਪੂਰਨ ਤੌਰ ਦੇ ਉੱਤੇ ਆਰਗੈਨਿਕ ਖੇਤੀ ਉੱਤੇ ਨਿਰਭਰ ਕਰ ਦਿੱਤਾ ਗਿਆ। ਪਰ ਇੱਕੋ ਲਖਤ ਇੱਕਦਮ
ਰਸਾਇਣਿਕ ਖਾਦ ਪਦਾਰਥਾਂ ਨੂੰ ਬੰਦ ਕਰਨ ਦੇ ਨਾਲ ਸ਼੍ਰੀਲੰਕਾ ਦੀ ਖੇਤੀ ਤਬਾਹ ਹੋ ਗਈ, ਜਿਸ ਕਰਕੇ ਝਾੜ ਨਾਮਾਤਰ ਰਹਿ ਗਿਆ। ਕਿਸਾਨਾਂ ਨੇ ਇਸ ਦੇ ਖਿਲਾਫ ਵੱਡੇ ਪ੍ਰਦਰਸ਼ਨ ਕੀਤੇ ਅਤੇ ਖੇਤੀ ਕਰਨੀ ਬੰਦ ਕਰ ਦਿੱਤੀ। ਸਬਜ਼ੀਆਂ ਦਾ ਉਤਪਾਦਨ ਖਤਮ ਹੋ ਗਿਆ, ਮੰਡੀਆਂ ਬੰਦ ਹੋ ਗਈਆਂ, ਜਿਸ ਕਾਰਨ ਸਬਜ਼ੀਆਂ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ, ਖਾਣ ਪੀਣ ਦੀਆਂ ਵਸਤੂਆਂ ਦੇ ਦੁੱਧ ਤੋਂ ਲੈ ਕੇ ਅਨਾਜ ਤੱਕ ਸਾਰੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹ ਗਏ। ਸ਼੍ਰੀਲੰਕਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮਹਿੰਗਾਈ 42% ਵੱਧ ਗਈ ਅਤੇ ਉਸ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਨੇ ਉਹ ਲਗਾਤਾਰ ਹੁੰਦੇ ਰਹੇ। ਸ਼੍ਰੀਲੰਕਾ ਨੂੰ ਇੱਕ ਸਾਲ ਦੇ ਵਿੱਚ 400 ਮਿਲੀਅਨ ਦੇ ਰਸਾਇਣਿਕ ਖਾਦ ਪਦਾਰਥਾਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਦੇ ਉੱਤੇ ਸ਼੍ਰੀਲੰਕਾ ਨੇ ਇੱਕਦਮ ਪਾਬੰਦੀ ਲਗਾ ਦਿੱਤੀ। ਤਾਂ ਇਹਨਾਂ ਦਿਨਾਂ ਦੇ ਵਿੱਚ ਸ਼੍ਰੀਲੰਕਾ ਦੇ ਕਿਸਾਨਾਂ ਨੇ ਸ਼੍ਰੀਲੰਕਨ ਸਰਕਾਰ ਦਾ ਭਾਰੀ ਵਿਰੋਧ ਵੀ ਕੀਤਾ, ਪਰ ਉਦੋਂ ਤੱਕ ਦੇਸ਼ ਦੀ ਆਰਥਿਕਤਾ ਦੇ ਉੱਤੇ ਵੱਡੀਆਂ ਸੱਟਾਂ ਵੱਜ ਚੁੱਕੀਆਂ ਸਨ। ਦੇਸ਼ ਦੀ ਆਰਥਿਕਤਾ ਬਿਲਕੁਲ ਡਗਮਗਾ ਚੁੱਕੀ ਸੀ। ਹੁਣ ਸ਼੍ਰੀਲੰਕਾ ਦੇ ਕੋਲ ਵਿਦੇਸ਼ੀ ਮੁਦਰਾ ਸਿਰਫ ਨਾਮਾਤਰ ਦੇ ਬਰਾਬਰ ਰਹਿ ਗਈ ਹੈ। ਇਸ ਕਰਕੇ ਵਿਦੇਸ਼ੀ ਸਮਾਨ ਦੀ ਖਰੀਦਣ ਵਾਸਤੇ ਉਹਨਾਂ ਦਾ ਭੁਗਤਾਨ ਕਰਨ ਦੇ ਲਈ ਸ਼੍ਰੀਲੰਕਾ ਦੇ ਕੋਲ ਵਿਦੇਸ਼ੀ ਮੁਦਰਾ ਨਹੀਂ ਬਚੀ, ਜਿਸ ਕਰਕੇ ਸ਼੍ਰੀਲੰਕਾ ਦੇ ਵਿੱਚ ਪੈਟਰੋਲ ਵਰਗੀਆਂ ਵਸਤੂਆਂ ਦੀ ਭਾਰੀ ਕਮੀ ਹੋ ਚੁੱਕੀ ਹੈ ਅਤੇ ਲਗਭਗ ਦੇਸ਼ ਦੇ ਵਿੱਚ ਤਰਲ ਜੋ ਰਸਾਇਣਿਕ ਤਰਲ ਪਦਾਰਥ ਨੇ, ਪੈਟਰੋਲ ਵਰਗੀਆਂ ਵਸਤੂਆਂ ਨੇ, ਉਹ ਖਤਮ ਹੋ ਚੁੱਕੀਆਂ ਨੇ ਤੇ ਸ਼੍ਰੀਲੰਕਾ ਹੁਣ ਇੱਕ ਕੰਗਾਲ ਹੋਣ ਦੇ ਕੰਢੇ ਦੇ ਉੱਤੇ ਆ ਚੁੱਕਿਆ, ਜਿਸ ਕਰਕੇ ਸ਼੍ਰੀਲੰਕਾ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਏ। ਰਾਸ਼ਟਰਪਤੀ ਭਵਨ ਨੂੰ ਘੇਰਿਆ ਗਿਆ ਤੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਤੇ ਹੁਣ ਰਾਸ਼ਟਰਪਤੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਸੰਵਿਧਾਨਕ ਢੰਗ ਦੇ ਨਾਲ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ। ਤਾਂ ਸ਼੍ਰੀਲੰਕਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਉੱਤੇ ਕੀ ਹੋਊਗਾ, ਇਹਨਾਂ ਸਭ ਦੇ ਉੱਤੇ ਨਿਗਾਹ ਰੱਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ KTV।